ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਅਸੀਂ ਸਮੈਸਟਰ ਚੌਥਾ ਉਸ ਦੇ ਵਿਆਕਰਣ ਭਾਗ ਦੇ ਵਿੱਚੋਂ ਇੱਕ ਬੜਾ ਅਨਮੋਲ ਜਿਹਾ ਰੂਪ ਲੈ ਕੇ ਆਏ ਹਾਂ। ਉਹ ਰੂਪ ਹੈ ਅਲੰਕਾਰ। ਅਲੰਕਾਰ ਕਾਵ ਦੇ ਅੰਦਰ ਇੱਕ ਅਜਿਹੀ ਪ੍ਰਤਿਭਾ ਹੈ ਜਿਸ ਦੇ ਵਿੱਚ ਅਲੰਕਾਰ ਦਾ ਜਿਹੜਾ ਪ੍ਰਯੋਗ ਹੈ ਉਹ ਕਾਵ ਨੂੰ ਕਿਸ ਤਰ੍ਹਾਂ ਦੇ ਨਾਲ ਉਸ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦਾ ਹੈ। ਕਾਵ ਕਿਸ ਤਰ੍ਹਾਂ ਦੇ ਨਾਲ ਇੱਕ ਵੱਖਰੇ ਜਿਹੇ ਢੰਗ ਦੇ ਵਿੱਚ ਪਾਠਕਾਂ ਸਾਹਮਣੇ ਜੋ ਲੇਖਕ ਜਿਹੜਾ ਹੈ ਉਹ ਪੇਸ਼ ਕਰਦਾ ਹੈ, ਉਹ ਅਲੰਕਾਰ ਦੇ ਰਾਹੀਂ ਆਪਣੇ ਭਾਵਾਂ ਨੂੰ, ਆਪਣੇ ਵਿਚਾਰਾਂ ਨੂੰ ਇੱਕ ਵੰਨ ਸੁਵੰਨੀ ਸ਼ਬਦਾਵਲੀ ਦੇ ਵਿੱਚ ਪਿਰੋਂਦਾ ਹੈ। ਉਸ ਦੇ ਬਾਰੇ ਅੱਜ ਗੱਲ ਕਰਾਂਗੇ। ਅਲੰਕਾਰ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਲੰਕਾਰ ਸ਼ਬਦ ਦਾ ਅਰਥ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਅਲੰਕਾਰ ਹੈ ਉਸ ਦਾ ਸ਼ਾਬਦਿਕ ਅਰਥ ਕੀ ਹੈ। ਤਾਂ ਅਲੰਕਾਰ ਦਾ ਜਿਹੜਾ ਸ਼ਾਬਦਿਕ ਅਰਥ ਅਸੀਂ ਸਮਝਦੇ ਹਾਂ ਉਹ ਹੈ ਗਹਿਣਾ। ਜਿਸ ਤਰ੍ਹਾਂ ਦੇ ਨਾਲ ਔਰਤਾਂ ਜਦੋਂ ਗਹਿਣੇ ਧਾਰਨ ਕਰਦੀਆਂ ਨੇ, ਜਾਂ ਇਹ ਕਹਿ ਲਓ ਔਰਤਾਂ ਦੇ ਸੁੰਦਰਤਾ ਦੇ ਵਿੱਚ ਵਾਧਾ ਕਰਨ ਵਾਲਾ ਜਿਹੜਾ ਇੱਕ ਰੂਪ ਹੈ ਉਹ ਗਹਿਣਿਆਂ ਨੂੰ ਮੰਨਿਆ ਜਾਂਦਾ ਹੈ। ਗਹਿਣਿਆਂ ਦੇ ਨਾਲ ਉਹਨਾਂ ਦੇ ਸ਼ਿੰਗਾਰ ਵਿੱਚ ਹੋਰ ਵਾਧਾ ਹੁੰਦਾ ਹੈ ਔਰ ਜਿਹੜੀ ਸੁੰਦਰਤਾ ਹੈ ਉਹ ਹੋਰ ਸੱਜਰੇ ਰੂਪ ਵਿੱਚ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਤਾਂ ਜਿਹੜਾ ਅਲੰਕਾਰ ਹੈ ਉਹ ਕਵਿਤਾ ਨੂੰ, ਜਾਂ ਇਹ ਕਹਿ ਲਓ ਕਿ ਕਾਵ ਨੂੰ ਸਜਾਉਣ ਵਾਲੇ ਗਹਿਣੇ ਹੁੰਦੇ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਲੰਕਾਰ ਬਾਣੀ ਨੂੰ, ਜਾਂ ਇਹ ਕਹਿ ਲਓ ਕਿ ਜਿਹੜਾ ਕਾਵ ਹੈ ਉਸ ਨੂੰ ਸੁੰਦਰ, ਮੋਹਕ ਜਾਂ ਪ੍ਰਭਾਵਸ਼ਾਲੀ ਬਣਾਉਣ ਵਾਲੇ ਸਾਧਨ ਹੁੰਦੇ ਹਨ। ਹੁਣ ਅਸੀਂ ਪੜ੍ਹਦੇ ਆਏ ਹਾਂ ਕਿ ਇਹ ਕਾਵ ਨੂੰ ਸਜਾਉਣ ਵਾਲੇ ਗਹਿਣੇ ਨੇ। ਇਸ ਦੇ ਨਾਲ ਹੀ ਕਿ ਕਾਵ ਦੀ ਬਾਹਰਲੀ ਜਿਹੜੀ ਸੁੰਦਰਤਾ ਹੈ, ਜਿਹੜੀ ਸਜਾਵਟ ਹੈ, ਤੇ ਕਵੀ ਦੇ ਜਿਹੜੇ ਅੰਦਰਲੇ ਉਤਸ਼ਾਹ ਨੇ, ਜੋ ਉਸਦਾ ਜੋਸ਼ ਹੈ, ਉਹ ਅਲੰਕਾਰ ਦੇ ਨਾਲ ਇੱਕ ਬੜਾ ਗਹਿਰਾ ਸੰਬੰਧ ਰੱਖਦਾ ਹੈ। ਜਿਸ ਤਰ੍ਹਾਂ ਕਿਸੇ ਕਵੀ ਨੇ ਵੀ ਕਿਹਾ ਹੈ ਕਿ ਜਿਹੜਾ ਅਲੰਕਾਰ ਤੋਂ ਬਿਨਾਂ ਜਾਂ ਅਲੰਕਾਰ ਤੋਂ ਰਹਿਤ ਕਾਵ ਨੂੰ ਕਾਵ ਸਵੀਕਾਰ ਕਰਦਾ ਹੈ, ਉਹ ਅਗਨੀ ਨੂੰ ਸੇਕ ਤੋਂ ਰਹਿਤ ਕਿਉਂ ਨਹੀਂ ਮੰਨ ਲੈਂਦਾ। ਇਸੇ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਅਲੰਕਾਰ ਹੈ ਉਹ ਕਵੀ ਦੀ ਅਰਥ ਅਭਿਵਿਅਕਤੀ ਦੇ ਵਿੱਚ ਬਹੁਤ ਮਦਦ ਕਰਦਾ ਹੈ, ਬਹੁਤ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਾਵ ਆਨੰਦ ਵਿੱਚ ਇਹ ਜਿਹੜਾ ਅਲੰਕਾਰ ਹੁੰਦੇ ਨੇ, ਜਾਂ ਅਲੰਕਾਰ ਰੂਪੀ ਜਿਹੜਾ ਸ਼ਬਦ ਨੇ, ਉਹ ਬਹੁਤ ਵਾਧਾ ਕਰਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਅਰਥ ਦੇ ਬਾਰੇ। ਗੱਲ ਕਰ ਚੁੱਕੇ ਹਾਂ ਕਿ ਗਹਿਣਾ ਹੈ, ਇਸ ਦਾ ਮੰਤਵ ਕੀ ਹੈ। ਹੁਣ ਅਲੰਕਾਰ ਦਾ ਕਾਵ ਦੇ ਵਿੱਚ ਜਾਂ ਕਾਵ ਸਿਰਜਣਾ ਦੇ ਵਿੱਚ ਵੱਖੋ ਵੱਖਰੇ ਰੂਪਾਂ ਦੇ ਵਿੱਚ ਮੰਤਵ ਦੇਖਿਆ ਜਾਂਦਾ ਹੈ। ਉਹ ਕਿਹੜੇ ਮੰਤਵ ਨੇ, ਅਸੀਂ ਕੁਝ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹਾਂ ਕਿ ਇੱਕ ਤਾਂ ਇਹ ਕਾਵ ਦੀ ਜਿਹੜੀ ਸਹਿਜਤਾ ਹੈ, ਜਾਂ ਕਹਿ ਲਓ ਕਿ ਸ਼ੋਭਾ ਦੇ ਵਿੱਚ ਵਾਧਾ ਕਰਦਾ ਹੈ। ਦੂਜਾ, ਇਹ ਕਾਵ ਚਮਤਕਾਰ ਤੇ ਪ੍ਰਭਾਵਸ਼ਾਲੀ ਕਾਵ ਨੂੰ ਬਣਾਉਣ ਦੇ ਵਿੱਚ ਵਾਧਾ ਕਰਦਾ ਹੈ। ਤੀਸਰਾ, ਕਿ ਜਿਹੜਾ ਅਲੰਕਾਰ ਹੈ ਉਹ ਅਰਥਾਂ ਦੇ ਵਿੱਚ ਸਪਸ਼ਟਤਾ ਪੈਦਾ ਕਰਨ ਵਿੱਚ ਬਹੁਤ ਸਹਾਇਕ ਹੁੰਦਾ ਹੈ। ਔਰ ਇਸ ਤੋਂ ਬਾਅਦ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਅਲੰਕਾਰ ਦੀ ਵਰਤੋਂ ਹੈ ਉਹ ਕਾਵ ਨੂੰ ਬਹੁਤ ਸਵਾਦਲਾ ਰੂਪ ਪ੍ਰਦਾਨ ਕਰ ਦਿੰਦੀ ਹੈ, ਜਾਂ ਇਹ ਕਹਿ ਲਓ ਕਿ ਕਾਵ ਨੂੰ ਸਵਾਦਲਾ ਬਣਾਉਣ ਵਿੱਚ ਅਲੰਕਾਰ ਬਹੁਤ ਮਦਦ ਜਾਂ ਸਹਾਇਤਾ ਕਰਦੇ ਹਨ। ਹੁਣ ਇਸ ਦੇ ਇਹ ਨਾ ਮੰਤਵ ਤੋਂ ਬਾਅਦ ਅਸੀਂ ਅਲੰਕਾਰ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੈ ਜਾਂ ਦੇਖਿਆ ਜਾਂਦਾ ਹੈ। ਤਾਂ ਅਲੰਕਾਰ ਦੇ 3 ਵਰਗ ਮੰਨੇ ਜਾਂਦੇ ਨੇ। ਜਿਹੜਾ ਪਹਿਲਾ ਵਰਗ ਹੈ ਉਹ ਹੈ ਸ਼ਬਦ ਅਲੰਕਾਰ।
ਜਿਹੜਾ ਦੂਜਾ ਜਿਹੜਾ अलंकार है वो अर्थ अलंकार और तीसरा है शब्दार्थ अलंकार। ਤਾਂ ਇਹ ਤਿੰਨ ਰੂਪ ਨੇ ਜਾਂ ਤਿੰਨ ਵਰਗ ਮੰਨੇ ਗਏ ਨੇ, ਸ਼ਬਦ, ਅਰਥ ਔਰ ਸ਼ਬਦਾਰਥ। ਹੁਣ ਜਿਹੜਾ ਸ਼ਬਦ अलंकार ਹੈ ਉਸ ਦੀ ਭਾਸ਼ਾ ਬਾਹਰਲੀ ਵਿਸ਼ੇਸ਼ਤਾ ਦੇ ਉੱਤੇ ਆਧਾਰਿਤ ਹੁੰਦੀ ਹੈ। ਕਵੀ ਦੀ ਜਿਹੜੀ ਸ਼ਬਦਾਂ ਦੀ ਬਾਹਰੀ ਵਿਸ਼ੇਸ਼ਤਾ ਹੈ ਉਸ ਦਾ ਬਿਆਨ ਕਰਦੀ ਹੈ। ਜਿਹੜੇ ਅਰਥ अलंकार ਨੇ ਉਹ ਕਾਵ ਦੇ ਅੰਦਰ ਦੀ ਜਿਹੜੀ ਵਿਸ਼ੇਸ਼ਤਾ ਹੈ ਉਸ ਦੇ ਉੱਪਰ ਆਧਾਰਿਤ ਹੁੰਦੇ ਹਨ। ਤਾਂ ਇਹ ਦੋ ਜਿਹੜੇ ਵੱਖ-ਵੱਖ ਮੈਂ ਦੱਸੇ ਨੇ, ਇਹ ਸ਼ਬਦ ਤੇ ਅਰਥ अलंकार ਦਾ ਇੱਕ ਰੂਪ ਮੰਨੇ ਜਾਂਦੇ ਨੇ। ਉਸ ਤੋਂ ਬਾਅਦ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਇਹ ਹੋ ਗਿਆ अलंकार ਬਾਰੇ ਜਾਣਕਾਰੀ। ਜਿਹੜਾ ਸਾਡੇ ਇਸ ਸਮੈਸਟਰ ਦੇ ਵਿੱਚ अलंकार ਲੱਗੇ ਨੇ, ਹੁਣ ਉਹਨਾਂ ਬਾਰੇ ਗੱਲ ਕਰਦੇ ਹਾਂ। ਪਹਿਲਾਂ ਅੱਜ ਮੈਂ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ 3 अलंकार ਬਾਰੇ ਗੱਲ ਕਰਾਂਗੀ। ਇਸ ਦੇ ਅਗਲੇ ਭਾਗ ਦੇ ਵਿੱਚ ਫਿਰ ਮੈਂ ਅਗਲੇ ਜਿਹੜੇ ਤੀਜੇ 3 ਹੋਰ अलंकार ਨੇ ਉਹਨਾਂ ਬਾਰੇ ਗੱਲ ਕਰਾਂਗੀ। ਪਹਿਲਾ ਜਿਹੜਾ अलंकार ਹੈ ਉਹ ਹੈ ਕਿਹੜਾ अलंकार ਹੈ ਜੀ? ਅਨੁਪ੍ਰਾਸ अलंकार। ਹੁਣ ਜਿਹੜਾ ਅਨੁਪ੍ਰਾਸ अलंकार ਹੈ ਉਹ ਕਿਸ ਦਾ ਰੂਪ ਹੈ? ਸ਼ਬਦ अलंकार ਦਾ ਹੀ ਰੂਪ ਹੈ। ਹੁਣ ਅਨੁਪ੍ਰਾਸ अलंकार ਸ਼ਬਦ ਦਾ ਕਿਸ ਤਰ੍ਹਾਂ ਹੈ? ਕਿਹਾ ਜਾਂਦਾ ਹੈ ਕਿ ਅਨੁਪ੍ਰਾਸ ਕਿਸ ਨੂੰ ਬੋਲਦੇ ਨੇ ਕਿ ਜਿਸ ਕਾਵ ਦੇ ਵਿੱਚ ਤੁਕ ਦੇ ਵਿੱਚ, ਕਾਵ ਦੀ ਤੁਕ ਦੇ ਵਿੱਚ ਅੱਖਰਾਂ ਦੀ ਜਾਂ ਕਹਿ ਲਓ ਸ਼ਬਦਾਂ ਦੀ ਜਿਹੜੀ ਸਮਾਨਤਾ ਹੁੰਦੀ ਹੈ ਉਸ ਨੂੰ ਅਨੁਪ੍ਰਾਸ अलंकार ਕਿਹਾ ਜਾਂਦਾ ਹੈ। ਸ਼ਬਦ ਇੱਕੋ ਜਿਹੇ ਜਾਪਦੇ ਨੇ, ਜਿਵੇਂ ਦਰਸ਼ਨ, ਪਰਸਨ, ਤਰਸਨ, ਹਰਸਨ, ਰੰਗੀ, ਰੰਗੀ, ਕਰਤਾਰੀ ਹੈ। ਹੁਣ ਕੀ ਕਹਿੰਦੇ ਨੇ ਕਿ ਜਿਹੜੀ ਦਰਸ਼ਨ, ਪਰਸਨ, ਤਰਸਨ ਔਰ ਹਰਸਨ, ਰੰਗ, ਰੰਗੀ, ਕਰਤਾਰੀ, ਕਿ ਕਿਸ ਦੇ ਰੰਗ ਵਿੱਚ ਰੰਗੇ ਹੈ? ਉਸ ਕਰਤਾਰ ਦੇ ਰੰਗ ਵਿੱਚ। ਹੁਣ ਇਸ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਸਾਨੂੰ ਇੱਕੋ ਜਿਹੇ ਜਾਂ ਅੱਖਰਾਂ ਦੀ ਸਮਾਨਤਾ ਜਾਪ ਰਹੀ ਹੈ। ਤਾਂ ਇੱਥੇ ਕਿਹੜਾ अलंकार ਹੈ? ਅਨੁਪ੍ਰਾਸ अलंकार ਹੈ। ਉਸ ਤੋਂ ਅਗਲਾ ਜਿਹੜਾ अलंकार ਹੈ ਉਹ ਹੈ ਉਪਮਾ अलंकार। ਹੁਣ ਜਿਹੜਾ ਉਪਮਾ अलंकार ਹੈ ਉਹ ਕਿਸ ਦਾ ਰੂਪ ਹੈ? ਅਰਥ अलंकार ਦਾ। ਉਪਮਾ अलंकार ਦੇ ਵਿੱਚ ਕੀ ਹੈ ਕਿ ਕਿਸੇ ਕਹਿ ਲਓ ਕਿ ਕਿਸੇ ਵਸਤੂ ਦੀ, ਠੀਕ ਹੈ, ਕਿਸੇ ਉਸ ਦੀ ਸਮਾਨਤਾ ਕਰਕੇ ਪਰਖ ਕੀਤੀ ਜਾਵੇ, ਜਾਂ ਇਹ ਕਹਿ ਲਓ ਕਿ ਕਿਸੇ ਦੂਸਰੀ ਵਸਤੂ ਦੇ ਨਾਲ ਉਸ ਦੇ ਰੂਪ ਗੁਣ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਲਈ ਉਸ ਤੋਂ ਵੀ ਵੱਧ ਗੁਣ ਵਾਲੀ ਕਿਸੇ ਵਸਤੂ ਨਾਲ ਉਸ ਦੀ ਉਪਮਾ ਕੀਤੀ ਜਾਵੇ। ਠੀਕ ਹੈ, ਕੀ ਹੈ ਕਿ ਕਿਸੇ ਵਸਤੂ ਦੀ ਜਾਂ ਕਹਿ ਲਓ ਕਿ ਉਸ ਦੀ ਸਮਾਨਤਾ, ਇੱਕੋ ਜਿਹੀ ਜਿਹੜੀ ਸਮਾਨਤਾ ਹੈ, ਇਕਸਾਰਤਾ ਕਰਕੇ ਪਰਖ ਕੀਤੀ ਜਾਵੇ। ਜਾਂ ਇਹ ਕਹਿ ਸਕਦੇ ਕਿ ਕਿਸੇ ਵਸਤੂ ਦੇ ਰੂਪ ਗੁਣ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਲਈ ਜਾਂ ਦਰਸਾਉਣ ਲਈ ਉਸ ਤੋਂ ਵੀ ਵੱਧ ਰੂਪ ਗੁਣ ਵਾਲੀ ਵਸਤੂ ਨਾਲ ਉਪਮਾ ਕੀਤੀ ਜਾਵੇ। ਤਾਂ ਉੱਥੇ ਕਿਹੜਾ अलंकार ਹੁੰਦਾ ਹੈ? ਉਪਮਾ अलंकार ਹੁੰਦਾ ਹੈ। ਇਸ ਦਾ ਇੱਕ ਉਦਾਹਰਣ ਦੇਖ ਸਕਦੇ ਹਾਂ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ। ਹੁਣ ਲੱਸੇ ਨੀ ਉਹਦਾ ਮੱਥਾ, ਮੱਥਾ ਕੀ ਹੈ? ਇਹਦੇ ਵਿੱਚ 4 ਚੀਜ਼ਾਂ ਨੇ ਇਸ ਤੁਕ ਵਿੱਚ। ਇੱਕ ਹੈ ਉਪਮੇय, ਉਪਮਾਨ, ਵਾਚਕ ਸ਼ਬਦ, ਤੇ ਜਿਹੜਾ ਲਾਸਟ ਵਿੱਚ ਹੈ ਉਹ ਹੈ ਕਿ ਸਾਂਝਾ ਗੁਣ, ਕਿ ਜਿਸ ਸਾਂਝੇ ਗੁਣ ਕਰਕੇ ਅਸੀਂ ਉਸ ਬਾਰੇ ਗੱਲ ਕਰ ਰਹੇ ਹਾਂ। ਤਾਂ ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ, ਮੱਥਾ ਕੀ ਹੈ? ਉਪਮੇय ਹੈ। ਉਪਮੇय ਮੀਨਸ ਇਹਦਾ ਭਾਵ ਕੀ ਹੈ? ਜਿਸ ਦੀ ਤੁਲਨਾ ਕੀਤੀ ਜਾਵੇ, ਉਹ ਕੀ ਹੈ? ਉਪਮੇय। ਲੱਸੇ ਨੀ ਉਹਦਾ ਮੱਥਾ ਤਾਰਿਆਂ, ਤਾਰੇ ਕਿਹੜੇ ਨੇ? ਉਪਮਾਨ ਨੇ, ਜਿਸ ਕਾਰਨ ਤੁਲਨਾ ਕੀਤੀ ਜਾ ਰਹੀ ਹੈ। ਸੌਰੀ, ਉਪਮਾਨ ਜਿਸ ਨਾਲ ਤੁਲਨਾ ਕੀਤੀ ਜਾ ਰਹੀ ਹੈ, ਜਿਸ ਦੇ ਨਾਲ, ਤਾਰਿਆਂ ਦੇ ਨਾਲ ਮੱਥੇ ਦੀ ਤੁਲਨਾ ਹੋ ਰਹੀ ਹੈ। ਮੱਥਾ ਉਪਮੇय ਹੈ ਔਰ ਤਾਰੇ ਉਪਮਾਨ ਹਨ। ਲੱਸੇ ਨੀ, ਲੱਸਣਾ ਕੀ ਹੈ? ਇੱਕ ਸਾਂਝਾ ਗੁਣ ਹੈ। ਸਾਂਝਾ ਗੁਣ ਹੈ ਜਿਸ ਕਾਰਨ ਤੁਲਨਾ ਕੀਤੀ ਜਾ ਰਹੀ ਹੈ। ਪਹਿਲੇ ਜਿਸ ਦੀ ਤੁਲਨਾ ਹੋ ਰਹੀ ਸੀ ਉਹ ਮੱਥਾ ਉਪਮੇय, ਜਿਸ ਨਾਲ ਤੁਲਨਾ ਹੋ ਰਹੀ ਸੀ ਉਹ ਕੀ ਹੈ? ਤਾਰੇ ਉਪਮਾਨ ਹੈ। ਔਰ ਜਿਸ ਕਾਰਨ ਮੈਂ ਨਾ ਲੱਸਣਾ, ਸਾਂਝੇ ਗੁਣ ਕਰਕੇ। ਔਰ ਇਹਦੇ ਲਾਸਟ ਵਿੱਚ, ਅੰਤ ਵਿੱਚ ਤੁਕ ਦੇ ਕੀ ਹੈ? ਤਾਰਿਆਂ ਵਾਂਗੂ। ਤਾਂ ਵਾਂਗੂ ਕੀ ਹੈ? ਉਸ ਜਿਸ ਦਾ ਸਹਾਰਾ ਲੈ ਕੇ ਤੁਲਨਾ ਕੀਤੀ ਜਾ ਰਹੀ ਹੈ। ਤਾਂ ਉਹ ਕੀ ਹੈ? ਵਾਚਕ ਸ਼ਬਦ ਹੈ ਵਾਂਗੂ। ਤਾਂ ਇਸ ਤਰ੍ਹਾਂ ਦੇ ਨਾਲ ਇਹ 4 ਚੀਜ਼ਾਂ ਇਸ ਉਪਮਾ अलंकार ਦੇ ਵਿੱਚ ਸਾਨੂੰ ਨਜ਼ਰ ਆ ਰਹੀਆਂ ਨੇ। ਇਸ ਤੁਕ ਨੂੰ ਜਾਂ ਇਸ ਉਦਾਹਰਨ ਨੂੰ ਅਸੀਂ ਉਪਮਾ अलंकार ਦੇ ਵਿੱਚ
ਰੱਖ ਸਕਦੇ ਹਾਂ। ਉਸ ਤੋਂ ਬਾਅਦ ਅਗਲਾ ਜਿਹੜਾ ਹੈ ਅਤ ਕਥਨੀ ਅਲੰਕਾਰ, ਇਹ ਤੀਸਰਾ ਅਲੰਕਾਰ ਹੈ ਜਿਸ ਬਾਰੇ ਅਸੀਂ ਗੱਲ ਕਰਾਂਗੇ। ਅਤ ਕਥਨੀ, ਅਤ ਮਨੇ ਵਧਾ ਚੜਾ ਕੇ ਕਹਿਣਾ, ਕਥਨੀ ਮਨੇ ਬੋਲਣਾ ਕਹਿਣਾ, ਹਨਾ, ਵਧਾ ਕੇ ਚੜਾ ਕੇ ਬਿਆਨ ਕਰਨਾ, ਉਸ ਨੂੰ ਅਤ ਕਥਨੀ ਕਹਿੰਦੇ ਨੇ। ਜਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵਸਤੂ ਨੂੰ, ਠੀਕ ਹੈ, ਕਿਸੇ ਵਸਤੂ ਜਾਂ ਇਹ ਕਹਿ ਲਓ ਕਿਸੇ ਗੱਲ ਦਾ ਬਿਆਨ ਵਧਾ ਚੜਾ ਕੇ ਬਹੁਤ ਜ਼ਿਆਦਾ ਕਹਿ ਕੇ ਬਿਆਨ ਕੀਤਾ ਜਾਵੇ, ਉੱਥੇ ਅਤ ਕਥਨੀ ਅਲੰਕਾਰ ਹੁੰਦਾ ਹੈ। ਠੀਕ ਹੈ ਜੀ। ਤਾਂ ਇਸ ਦਾ ਅਸੀਂ ਉਦਾਹਰਨ ਲੈ ਸਕਦੇ ਹਾਂ ਇੱਕ, ਜਿਵੇਂ ਮਿਰਜ਼ੇ ਦਾ ਲੈ ਲਈਏ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ। ਹੁਣ ਮਿਰਜ਼ਾ ਕੀ ਕਹਿ ਰਿਹਾ ਕਿ ਮੇਰੀ ਬੱਕੀ, ਜਿਸ ਬੱਕੀ ਦੇ ਉੱਤੇ ਉਹ ਚੜ ਕੇ ਔਰ ਸਵਾਰ ਹੋ ਕੇ ਰਾਤ ਨੂੰ ਕਿਸ ਨੂੰ ਉਧਾਲ ਕੇ ਲੈ ਕੇ ਆਉਣ ਲਈ ਜਾਂਦਾ ਹੈ ਕਿ ਆਪਣੀ ਸਾਹਿਬਾ ਨੂੰ। ਮਿਰਜ਼ਾ ਕੀ ਕਹਿੰਦਾ ਹੈ, ਕਹਿੰਦਾ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ। ਤਾਂ ਇਸ ਵਿੱਚ ਕੀ ਹੈ ਕਿ ਆਪਣੀ ਜਿਹੜੀ ਗੱਲ ਹੈ ਉਸ ਨੂੰ ਵਧਾ ਚੜਾ ਕੇ ਉਹ ਕਹਿ ਰਿਹਾ ਹੈ। ਇੱਕ ਹੋਰ ਵੀ ਅਸੀਂ ਉਦਾਹਰਨ ਇਹਦਾ ਲੈ ਸਕਦੇ ਹਾਂ, ਜਿਵੇਂ ਕੋਈ ਪੜ੍ਹੇ ਜੇ ਲਿਖਿਆ ਆਸ਼ਕੀ ਦਾ ਹੁੰਦਾ ਮਸਤ ਬਗੈਰ ਸ਼ਰਾਬ ਮੀਆਂ। ਕਿ ਹੁਣ ਆਸ਼ਕੀ ਦੀ ਕਿਹੜੀ ਆਸ਼ਕੀ ਦੀ ਗੱਲ ਹੋ ਰਹੀ ਹੈ? ਇਸ਼ਕ ਹਕੀਕੀ ਦੀ, ਇਸ਼ਕ ਮਜਾਜੀ ਦੀ ਗੱਲ ਨਹੀਂ ਹੋ ਰਹੀ, ਉਸ ਇਸ਼ਕ ਹਕੀਕੀ ਦੀ, ਜਿਵੇਂ ਆਤਮਾ ਔਰ ਪਰਮਾਤਮਾ ਦੇ ਰਿਸ਼ਤੇ ਬਾਰੇ ਗੱਲ ਹੋ ਰਹੀ। ਕੋਈ ਪੜ੍ਹੇ ਜੇ ਲਿਖਿਆ ਆਸ਼ਕੀ ਦਾ ਹੋਏ ਮਸਤ ਬਗੈਰ ਸ਼ਰਾਬ ਮੀਆਂ, ਕਿ ਸ਼ਰਾਬ ਪੀ ਕੇ ਹੀ ਅਸੀਂ ਮਸਤ ਮੰਨਿਆ ਜਾਂਦਾ ਹੈ ਕਿ ਇੱਕ ਮਸਤੀ ਦੀ ਹਾਲਤ ਦੇ ਵਿੱਚ ਸੁੱਧ ਬੁੱਧ ਖੋ ਬੈਠਦੇ ਹਾਂ। ਪਰ ਇਹ ਉਹ ਆਸ਼ਕੀ ਹੈ ਜਾਂ ਉਹ ਪਿਆਰ ਹੈ ਰੱਬ ਦਾ ਜਿਸ ਨੂੰ ਅਸੀਂ ਚੱਖਦੇ ਹਾਂ, ਅਨੁਭਵ ਕਰਦੇ ਹਾਂ, ਫਿਰ ਮਸਤ ਹੋਏ ਘੁੰਮਦੇ ਹਾਂ। ਤਾਂ ਇਸ ਤਰ੍ਹਾਂ ਦੇ ਨਾਲ ਇਹ ਕਿਹੜਾ ਅਲੰਕਾਰ ਮੰਨਿਆ ਜਾ ਸਕਦਾ ਹੈ? ਅਤ ਕਥਨੀ ਅਲੰਕਾਰ। ਤਾਂ ਇਸ ਤਰ੍ਹਾਂ ਦੇ ਨਾਲ ਬੱਚੇ ਅੱਜ ਜਿਹੜੀ ਅਸੀਂ ਇਹ ਗੱਲ ਕੀਤੀ ਹੈ ਅਤ ਕਥਨੀ ਅਲੰਕਾਰ ਬਾਰੇ, ਇਸ ਬਾਰੇ ਦੋ ਗੱਲਾਂ ਹੋਰ ਮੈਂ ਤੁਹਾਨੂੰ ਜ਼ਿਆਦਾ ਸਪਸ਼ਟ ਹੋ ਜਾਏਗਾ ਕਿ ਜਿਹੜਾ ਅਤ ਕਥਨੀ ਅਲੰਕਾਰ ਦੇ ਵਿੱਚ ਚਮਤਕਾਰ ਪੈਦਾ ਕਰਨ ਦੇ ਲਈ ਕਾਵਿ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ, ਇੱਕ ਰੋਚਕ ਬਣਾਉਣ ਦੇ ਲਈ। ਜਾਂ ਇਹ ਕਹਿ ਲਓ ਕਿ ਜਿਹੜਾ ਕਾਵਿ ਚਮਤਕਾਰ ਤੋਂ ਬਿਨਾਂ ਲਿਖਿਆ ਜਾਵੇ ਉਹ ਨਿਰਸ ਜਾਂ ਇਹ ਕਹਿ ਸਕਦੇ ਹਾਂ ਕਿ ਨਿਰਾ ਬਿਆਨ ਮਾਲੂਮ ਹੁੰਦਾ ਹੈ, ਨਿਰਸ ਮਾਲੂਮ ਹੁੰਦਾ ਹੈ, ਕਿ ਉਸ ਦੇ ਵਿੱਚ ਕੋਈ ਸਵਾਦ ਨਹੀਂ ਹੁੰਦਾ। ਔਰ ਜਿਹੜਾ ਅਤ ਕਥਨੀ ਹੈ ਉਹ ਅਲੰਕਾਰ, ਜਿਹੜਾ ਅਤ ਕਥਨੀ ਅਲੰਕਾਰ ਹੈ ਉਹ ਕਾਵਿ ਦੇ ਵਿੱਚ ਇੱਕ ਚਮਤਕਾਰ, ਇੱਕ ਰੋਚਕਤਾ ਪੈਦਾ ਕਰਨ ਵਿੱਚ ਸਹਾਇਕ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਇਹ ਜਿਹੜੇ ਤਿੰਨ ਅਲੰਕਾਰ ਨੇ ਅਨੁਪ੍ਰਾਸ, ਉਪਮਾ ਅਤੇ ਅਤ ਕਥਨੀ ਬਾਰੇ ਗੱਲ ਕੀਤੀ ਹੈ। ਉਮੀਦ ਹੈ ਆਪ ਜੀ ਸਾਰਿਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝ ਆਈ ਹੋਏਗੀ। ਔਰ ਇਸ ਹੀ ਉਮੀਦ ਦੇ ਨਾਲ ਮੈਂ ਜਿਹੜੇ ਅਗਲੇ ਤਿੰਨ ਅਲੰਕਾਰ ਨੇ ਉਹ ਨੈਕਸਟ ਵੀਡੀਓ ਦੇ ਵਿੱਚ ਬਣਾ ਕੇ ਆਪ ਜੀ ਅੱਗੇ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ। ਇਸ ਦੇ ਲਈ ਆਪ ਜੀ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ ਜੀ।